ਸਾਂਝਾ ਟੀਵੀ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਅੱਜ ਦੀ ਵਿਸ਼ੇਸ਼ ਮੁਲਾਕਾਤ ਵਿੱਚ ਸਾਡੇ ਮਹਿਮਾਨ ਰਹਿਣਗੇ CWC ਇਮੀਗ੍ਰੇਸ਼ਨ ਤੋਂ ਅਮਨ ਖਹਿਰਾ ਸਾਹਿਬ। ਇਮੀਗ੍ਰੇਸ਼ਨ ਨਾਲ ਜੁੜੀਆਂ ਕੁਝ ਗੱਲਾਂ ਬਾਤਾਂ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕਰਾਂਗੇ। ਆਓ ਸਭ ਤੋਂ ਪਹਿਲਾਂ ਖਹਿਰਾ ਸਾਹਿਬ ਦਾ ਸਵਾਗਤ ਕਰਦੇ ਹਾਂ। ਖਹਿਰਾ ਸਾਹਿਬ ਜੀ ਆਇਆਂ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਬਾਈ ਜੀ, ਔਰ ਤੁਹਾਡੇ ਸਾਰੇ ਵਿਊਜ਼ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਸੀ। ਬਾਈ ਜੀ, ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਲਗਭਗ ਆਪਾਂ ਜਿਹੜੇ ਬਰਨਿੰਗ ਇਸ਼ੂ ਹੁੰਦੇ ਨੇ, ਹੌਟ ਟੌਪਿਕ ਹੁੰਦੇ ਨੇ, ਉਹਨਾਂ ਦੇ ਉੱਤੇ ਜਾਣਕਾਰੀ ਮੁਹੱਈਆ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ। ਪਰ ਹੁਣ ਬੀਤੇ ਕੁਝ ਕੁ ਦਿਨਾਂ ਤੋਂ ਲਗਾਤਾਰ ਜਦੋਂ 90,000 ਵਾਲੇ ਅੰਕੜੇ ਦੀ ਗੱਲ ਵੀ ਚੱਲੀ, 75 ਪੁਆਇੰਟਸ ਵਾਲੇ ਦੀ ਗੱਲ ਵੀ ਚੱਲੀ, ਉਹਦੇ 'ਚੋਂ ਫੈਮਿਲੀ ਦੇ ਬਾਬਤ ਬਹੁਤ ਸਾਰੇ ਜਿਹੜੇ ਦਰਸ਼ਕ ਨੇ ਉਹ ਜਾਣਕਾਰੀ ਲੈਣੀ ਚਾਹੁੰਦੇ ਸੀ ਜੀ। ਆਮ ਤੌਰ ਤੇ ਆਪਾਂ ਵੇਖਦੇ ਹਾਂ ਕਿ ਪਰਿਵਾਰ ਇੱਕੋ ਹੀ ਮੁਲਕ ਵਿੱਚ ਰਹਿਣਾ ਪਸੰਦ ਕਰਦੇ ਆ। ਫੈਮਿਲੀ ਰੀਯੂਨਾਈਟ ਦੀਆਂ ਆਪਾਂ ਅਕਸਰ ਗੱਲਾਂ ਸੁਣਦੇ ਹਾਂ, ਸਰਕਾਰਾਂ ਵੀ ਕਰਦੀਆਂ ਨੇ। ਜੀ। ਬਹੁਤ ਸਾਰੇ ਪਰਿਵਾਰ ਹੈ ਜਿਨ੍ਹਾਂ ਦਾ ਬੱਚਾ ਬੱਚੀ ਜਾਂ ਕਿਸੇ ਕਾਰਨ ਕਰਕੇ ਕਈ ਵਾਰੀ ਉਹ ਬੱਚੇ ਤੰਦਰੁਸਤ ਨਹੀਂ ਸੀ, ਆਪਾਂ ਤਾਂ ਸਪੈਸ਼ਲ ਬੱਚੇ ਕਹਿ ਦਿੰਦੇ ਆ, ਪਰ ਉਹ ਆ ਨਾ ਸਕੇ। ਕਿ ਉਹਨਾਂ ਬਾਬਤ ਕਦੇ ਇੱਕ ਸਰਕਾਰ ਸੋਚਦੀ ਹੈ ਕਿ ਨਹੀਂ ਸੋਚਦੀ ਜੀ? ਜੀ ਬਿਲਕੁਲ, ਇਹ ਇੱਕ ਬਹੁਤ ਬਹੁਤ ਕੰਪੈਸ਼ਨੇਟ ਇਸ਼ੂ ਹੈਗਾ, ਔਰ ਖਾਸ ਕਰਕੇ ਜਦੋਂ ਪੂਰਾ ਪਰਿਵਾਰ ਦੀ ਆਪਾਂ ਗੱਲ ਕਰਦੇ ਆ ਤਾਂ ਪੂਰੇ ਪਰਿਵਾਰ ਨੂੰ 2 ਟੈਸਟ ਜਿਹੜੇ ਨੇ, ਇੰਪੋਰਟੈਂਟ ਟੈਸਟ ਮੀਟ ਕਰਨੇ ਪੈਂਦੇ ਆ। ਖਾਸ ਕਰਕੇ ਜੇ 18 ਸਾਲ ਤੋਂ ਉੱਪਰ ਹੈ ਤਾਂ ਉਹਨਾਂ ਨੂੰ ਪੁਲਿਸ ਜਿਹੜੀ ਉਹਨਾਂ ਦਾ ਬੈਕਗਰਾਉਂਡ ਚੈੱਕਸ ਹੈ ਉਹ ਕਰੇ ਜਾਂਦੇ ਨੇ। ਔਰ ਇਸ ਤੋਂ ਇਲਾਵਾ ਜੇ ਮੈਡੀਕਲ ਦੀ ਆਪਾਂ ਗੱਲ ਕਰੀਏ ਤਾਂ ਮੈਡੀਕਲ ਬੈਕਗਰਾਉਂਡ ਚੈੱਕਸ ਹੁੰਦੇ ਨੇ। ਮੈਡੀਕਲ ਬੈਕਗਰਾਉਂਡ ਚੈੱਕ ਹਰੇਕ ਵਿਅਕਤੀ ਦਾ ਹੁੰਦਾ ਜਿਹੜਾ ਵੀ ਕੈਨੇਡਾ ਦੇ ਵਿੱਚ ਆ ਰਿਹਾ ਜੀ। ਸੋ ਉਹਦਾ ਪਰਪਸ ਇਹ ਹੁੰਦਾ ਹੈ ਵੀ ਜੇ ਕੋਈ ਇੰਡੀਵਿਜੂਅਲ ਸੀਰੀਅਸ ਕ੍ਰਿਮੀਨੈਲਿਟੀ 'ਚ ਇਨਵੋਲਵ ਹੈ ਤਾਂ ਉਹ ਧਾਰਾ 36 ਧਾਰਾ 37 ਇਹਦੇ ਵਿੱਚ ਇੰਪਲੀਕੇਟ ਹੋ ਸਕਦਾ ਤੇ ਉਹ ਕੈਨੇਡਾ ਲਈ ਇਨਐਡਮਿਸਿਬਲ ਹੋ ਸਕਦਾ ਜੀ। ਔਨ ਦੈਟ ਬੇਸਿਸ ਤੇ ਉਹਨੂੰ ਰੋਕਿਆ ਜਾ ਸਕਦਾ। ਤਾਂ ਕਿ ਸਰਕਾਰ ਨੇ ਕਾਨੂੰਨ ਇਹ ਬਣਾਇਆ ਹੋਇਆ ਵੀ ਜਿਹਨੂੰ ਵੀ ਕੈਨੇਡੀਅਨ ਇਮੀਗ੍ਰੇਸ਼ਨ ਮਿਲਦੀ ਹੈ ਤਾਂ ਉਹੀ ਵਿਅਕਤੀ ਕੈਨੇਡਾ ਦੇ ਵਿੱਚ ਦਾਖਲ ਹੋਣ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਬੈਕਗਰਾਉਂਡ ਨਾ ਹੋਵੇ, ਸੋ ਜਿਹਨਾਂ ਦਾ ਰੈਕਡ ਬਹੁਤ ਕਲੀਨ ਹੋਵੇ। ਇਸ ਦੇ ਨਾਲ ਕਿਉਂਕਿ ਜਿਹੜਾ ਮੈਡੀਕਲ ਐਕਸਪੈਂਸ ਹੈ, ਕਿਉਂਕਿ ਇੱਥੇ ਉਹ ਪਬਲਿਕ ਐਕਸਪੈਂਸ ਹੈ, ਜਿਵੇਂ ਪਬਲਿਕ ਜਾਂ ਗਵਰਨਮੈਂਟ ਨੂੰ ਉਹ ਐਕਸਪੈਂਸ ਨੂੰ ਕੈਰੀ ਕਰਨਾ ਪੈਂਦਾ ਜਾਂ ਪੇ ਕਰਨਾ ਪੈਂਦਾ। ਤਾਂ ਹਰੇਕ ਵਿਅਕਤੀ ਦੀ ਜ਼ਿੰਮੇਵਾਰੀ ਲੈਣੀ ਪੈਂਦੀ ਹੈ। ਜਿਹੜਾ ਵੀ ਵਿਅਕਤੀ ਜਿਹੜਾ ਹੈਗਾ ਇਮੀਗ੍ਰੈਂਟ ਹੈ ਜਾਂ ਕੈਨੇਡਾ ਦੇ ਵਿੱਚ ਕਿਸੇ ਨਾ ਕਿਸੇ ਕਿਸਮ ਦਾ ਕੰਮ ਜਾਂ ਕਿਸੇ ਨਾ ਕਿਸੇ ਕਿਸਮ ਦੇ ਕੋਈ ਸਟੱਡੀ ਪਰਮਿਟ ਤੇ ਕੈਨੇਡਾ ਦੇ ਵਿੱਚ ਰਹਿ ਰਿਹਾ, ਤਾਂ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਹੈ ਸਰਕਾਰ ਦੀ ਹੋ ਜਾਂਦੀ ਹੈ, ਅਪਾਰਟ ਫਰਮ ਕੈਨੇਡੀਅਨਸ। ਸੋ ਜਦੋਂ ਕੋਈ ਵਿਅਕਤੀ ਐਜ਼ ਅ ਪਰਮਨੈਂਟ ਰੈਜ਼ੀਡੈਂਟ ਆਉਂਦਾ ਤਾਂ ਉਹਨੂੰ ਵੀ ਇਹ ਪ੍ਰਿਵਿਲੇਜ ਮਿਲਦੀ ਹੈ ਵੀ ਕੈਨੇਡਾ ਜਾ ਕੇ ਉਹਨਾਂ ਦਾ ਜਿਹੜਾ ਮੈਡੀਕਲ ਦਾ ਖਰਚਾ ਉਹ ਸਰਕਾਰ ਚੱਕਦੀ ਹੈ ਜੀ। ਸੋ ਸਰਕਾਰ ਨੇ ਜਿਹਨੇ ਇੰਡੀਵਿਜੂਅਲ ਦਾ ਖਰਚਾ ਵੱਧ ਜਾਂਦਾ ਉਹਨੂੰ ਰੋਕਣ ਦੇ ਲਈ ਤਾਂ ਇੱਕ ਬੈਂਚਮਾਰਕ ਰੱਖਿਆ ਹੋਇਆ ਸੀ ਸਰਕਾਰ ਨੇ, ਜਿਹੜਾ ਕਿ ਧਾਰਾ 38 ਦੇ ਵਿੱਚ ਐਸਟੈਬਲਿਸ਼ ਕੀਤਾ ਸਰਕਾਰ ਨੇ। ਜਿਹੜਾ ਵੀਜ਼ਾ ਆਫਿਸਰ ਨੂੰ ਇਹ ਇੱਕ ਟੂਲ ਦਿੱਤਾ ਜਾਂਦਾ ਵੀ ਜੇ ਉਹਨੂੰ ਲੱਗਦਾ ਵੀ ਇਹ ਸਰਟਨ ਬੈਂਚਮਾਰਕ ਨੂੰ ਕ੍ਰਾਸ ਕਰ ਰਿਹਾ ਤਾਂ ਇਟ ਮੀਨਸ ਉਹ ਐਕਸੈਸਿਵ ਬਰਡਨ ਲੈ ਕੇ ਆ ਰਿਹਾ, ਚਾਹੇ ਉਹ ਹੈਲਥ ਸਰਵਿਸਿਜ਼ ਨੇ ਜਾਂ ਆਪਣਾ ਜਿਹੜਾ ਹੈਗਾ ਸੋਸ਼ਲ ਸਰਵਿਸਿਜ਼ ਨੇ। ਤਾਂ ਜੇ ਕੋਈ ਵੀ ਇੰਡੀਵਿਜੂਅਲ ਕੋਈ ਇਹੋ ਜਿਹਾ ਬਰਡਨ ਲੈ ਕੇ ਆ ਰਿਹਾ ਤਾਂ ਉਹਨੂੰ ਰੋਕਿਆ ਜਾ ਸਕਦਾ। ਸੋ ਇਕੱਲੇ ਇੰਡੀਵਿਜੂਅਲ ਨੂੰ ਰੋਕਿਆ ਨਹੀਂ ਜਾਂਦਾ ਜਿਹੜਾ ਮੈਡੀਕਲੀ ਡਿਸਕੁਆਲੀਫਾਈ ਹੁੰਦਾ, ਬਲਕਿ ਪੂਰੀ ਦੀ ਪੂਰੀ ਐਪਲੀਕੇਸ਼ਨ ਨੂੰ ਹੀ ਡਿਸਕੁਆਲੀਫਾਈ ਕਰ ਦਿੱਤਾ ਜਾਂਦਾ। ਅੱਛਾ ਜੀ। ਸੋ ਇਹਦਾ ਕਿਉਂਕਿ ਕਾਰਨ ਇਹ ਰੱਖਿਆ ਗਿਆ ਕਿਉਂਕਿ ਬਹੁਤ ਇੱਕ, ਜਿਵੇਂ ਮੈਂ ਕਿਹਾ ਸੀ ਵੀ ਬਹੁਤ ਕੰਪੈਸ਼ਨੇਟ ਗਰਾਊਂਡ ਬਣ ਜਾਂਦਾ। ਜੇ ਕੋਈ ਲਾਸਟ ਵਿਅਕਤੀ ਫੈਮਿਲੀ ਦਾ ਰਹਿ ਗਿਆ ਔਰ ਜਿਹੜਾ ਕਿ ਡਿਸੇਬਲ ਹੈ ਤਾਂ ਫਿਰ ਉਹਨੂੰ HNC ਦੇ ਅੰਦਰ ਸਪਾਂਸਰਸ਼ਿਪ ਕਰਕੇ ਬੁਲਾਇਆ ਜਾ ਸਕਦਾ, ਫਿਰ ਉਹ ਰਿਲੀਫ ਜਿਹੜਾ ਉਹ ਲੈ ਸਕਦਾ ਇੰਡੀਵਿਜੂਅਲ। ਇਸ ਕਰਕੇ ਜਦੋਂ ਪੂਰਾ ਪਰਿਵਾਰ ਰੋਕਿਆ ਜਾਂਦਾ ਪਿੱਛੇ ਤਾਂ ਉਹ ਕੰਪੈਸ਼ਨੇਟ ਗਰਾਊਂਡ ਦੀ ਜਿਹੜਾ ਗਰਾਊਂਡ ਹੈ ਉਹ ਐਗਜ਼ਿਸਟ ਨਹੀਂ ਕਰਦਾ, ਉਹ ਰਹਿੰਦਾ ਨਹੀਂ ਹੈਗਾ ਐਪਲੀਕੇਸ਼ਨ ਕਰਨ ਦੇ ਲਈ। ਇਸ ਕਰਕੇ ਜਿਹੜਾ ਪੂਰੀ ਐਪਲੀਕੇਸ਼ਨ ਨੂੰ ਡਿਸਕੁਆਲੀਫਾਈ ਕਰ ਦਿੱਤਾ ਜਾਂਦਾ। ਔਰ ਤੁਸੀਂ ਚਾਹੇ ਉਹ ਡਿਪੈਂਡੈਂਟ ਚਾਈਲਡ ਆ ਰਹੇ ਹੋ, ਚਾਹੇ ਪ੍ਰਿੰਸੀਪਲ ਐਪਲੀਕੈਂਟ ਹੋ, ਚਾਹੇ ਤੁਸੀਂ ਅਕੰਪਨੀ ਡਿਪੈਂਡੈਂਟ ਹੋ, ਤਾਂ ਤੁਹਾਨੂੰ ਜਿਹੜਾ ਰੋਕ ਲਿਆ ਜਾਂਦਾ। ਇਸੇ ਤਰ੍ਹਾਂ ਕਈ ਕੈਟਾਗਰੀਜ਼ ਦੇ ਵਿੱਚ ਜਿਹੜੀ ਮੈਡੀਕਲ ਇਨਐਡਮਿਸਿਬਿਲਿਟੀ ਨੂੰ ਕਾਫੀ ਰਿਲੈਕਸ ਰੱਖਿਆ ਗਿਆ, ਜਿਵੇਂ ਸਪਾਊਸਲ ਸਪਾਂਸਰਸ਼ਿਪ ਹੋ ਗਿਆ। ਉਹਦੇ ਜੇ ਤੁਹਾਡੀ ਸਪਾਊਸ ਮੈਡੀਕਲੀ ਇਨਐਡਮਿਸਿਬਲ ਹੈ ਤਾਂ ਫਿਰ ਉਹਨਾਂ ਨੂੰ ਕੈਨੇਡਾ ਦੇ ਵਿੱਚ ਬੁਲਾਉਣਾ ਆਸਾਨ ਹੋ ਜਾਂਦਾ, ਕਿਉਂਕਿ ਉਹਦਾ ਜਿਹੜਾ HNC ਗਰਾਊਂਡ ਹੈ ਉਹ ਬਹੁਤ ਕੰਪੈਲਿੰਗ ਬਣ ਜਾਂਦਾ, ਜਿਹਦੇ ਕਰਕੇ ਤੁਹਾਨੂੰ ਜਿਹੜਾ ਸਪੈਸ਼ਲ ਰਿਲੀਫ ਹੈ ਉਹ ਦੇ ਦਿੱਤਾ ਜਾਂਦਾ ਤਾਂ ਤੁਸੀਂ ਕੈਨੇਡਾ ਦੇ ਵਿੱਚ ਆ ਸਕਦੇ ਹੋ। ਅੱਛਾ, ਹੁਣ ਜਦੋਂ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਣ, ਬਹੁਤ ਸਾਰੇ ਪਰਿਵਾਰ ਇਸ ਤਰਾਸਦੀ ਦੇ ਵਿੱਚ ਫਸੇ ਹੋਣਗੇ, ਉਹਨਾਂ ਵਾਸਤੇ ਕੋਈ ਇਸ ਵਕਤ ਕਈ ਵਾਰੀ ਆਪਾਂ ਵੇਖਦੇ ਹਾਂ ਕਿ ਸਮੇਂ-ਸਮੇਂ ਤੇ, ਜਿਵੇਂ ਆਪਾਂ ਪਹਿਲਾਂ 75 ਪੁਆਇੰਟ ਵਾਲੀ ਗੱਲ ਤੋਂ ਸ਼ੁਰੂ ਕੀਤਾ ਜਾਂ ਹੁਣ ਰੀਸੈਂਟਲੀ ਆਪਾਂ ਵੇਖਦੇ ਰਹੇ ਸੀ ਕਿ 40,000 ਸਟੂਡੈਂਟ ਪੱਕੇ ਕਰ ਦੇਣੇ ਆ ਜੀ, 20,000 ਹੈਲਥ ਕੇਅਰ ਵਾਲੇ ਕਰ ਦੇਣੇ ਆ, 30,000 ਦੂਸਰੇ ਕਰ ਦੇਣੇ, ਟੋਟਲ ਅੰਕੜਾ 90,000 ਦਾ। ਸਮੇਂ-ਸਮੇਂ ਤੇ ਚੇਂਜਸ ਹੁੰਦੀਆਂ ਰਹਿੰਦੀਆਂ ਨੇ, ਪਰ ਜੇਕਰ ਕਿਸੇ ਪਰਿਵਾਰ ਦੇ ਨਾਲ ਇੰਜ ਹੋ ਗਿਆ ਕਿ ਉਹਦੇ ਵਿੱਚ ਕੋਈ ਤਬਦੀਲੀ, ਕੋਈ ਚੇਂਜ ਹੈ ਜੀ? ਬਿਲਕੁਲ। ਜਿਹੜੀ ਪੁਰਾਣੀ ਡੈਫੀਨੇਸ਼ਨ ਸੀਗੀ ਉਹ ਸੀਗੀ ਵੀ ਜੇ ਜਿਹੜਾ ਬੈਂਚਮਾਰਕ ਰੱਖਿਆ ਗਿਆ ਸੀ, ਹਰ ਸਾਲ
ਸਰਕਾਰ ਜਿਹੜਾ ਉਹ ਬੈਂਚਮਾਰਕ ਪਬਲਿਸ਼ ਕਰਦੀ ਸੀ। ਅੱਛਾ ਜੀ। ਪਿਛਲੇ ਸਾਲ ਦਾ ਜਿਹੜਾ ਬੈਂਚਮਾਰਕ ਸੀ ਉਹ $7100 ਸੀ, $7100। ਜੇ ਕਿਸੇ ਵੀ ਵਿਅਕਤੀ ਤੇ $7100 ਤੋਂ ਵੱਧ ਦਾ ਖਰਚਾ ਆਉਂਦਾ ਦਿਖਦਾ ਸੀ ਤਾਂ ਉਹ ਐਕਸੈਸਿਵ ਬਰਡਨ ਚ ਆ ਜਾਂਦਾ ਸੀ। ਇਸ ਕਰਕੇ ਤੁਹਾਡੀ ਐਪਲੀਕੇਸ਼ਨ ਨੂੰ ਨਾ ਮਨਜ਼ੂਰ ਕਰ ਦਿੱਤਾ ਜਾਂਦਾ ਸੀ, ਕਿਉਂਕਿ ਤੁਸੀਂ ਉਹ ਕਹਿੰਦੇ ਵੀ ਸੈਕਸ਼ਨ 38 ਨੂੰ ਤੁਸੀਂ ਬ੍ਰੀਚ ਕਰ ਗਏ। ਬਟ ਹੁਣ ਇਹਦੀ ਜਿਹੜੀ ਲਿਮਿਟ ਇਹਨੂੰ ਵਧਾਇਆ ਗਿਆ ਔਰ ਲਿਮਿਟ ਨੂੰ 3 ਗੁਣਾ ਜ਼ਿਆਦਾ ਵਧਾ ਦਿੱਤਾ ਗਿਆ। ਸੋ ਹੁਣ ਜੇ ਤੁਹਾਡੀ 22000 ਤੱਕ ਦਾ ਖਰਚਾ ਜਿਹੜਾ ਹੈਗਾ ਉਹ ਐਕਸੈਪਟੇਬਲ ਹੈ। ਸੋ ਇਹਦੇ ਵਿੱਚ ਕਾਫੀ ਇਹ ਜੇ ਐਪਲੀਕੇਸ਼ਨਸ ਹੋਣੀਆਂ ਜਿਹੜੀਆਂ ਕੁਆਲੀਫਾਈ ਕਰ ਜਾਣਗੀਆਂ। ਸੋ ਜਦੋਂ ਵੀ ਤੁਹਾਡੀ ਐਪਲੀਕੇਸ਼ਨ ਨੂੰ ਨਾ ਮਨਜ਼ੂਰ ਕੀਤਾ ਜਾਂਦਾ ਉਸ ਤੋਂ ਪਹਿਲਾਂ ਤੁਹਾਨੂੰ ਓਪਰਚੁਨਿਟੀ ਮਿਲਦੀ ਹੈ, ਤੁਹਾਨੂੰ ਦੱਸਿਆ ਜਾਂਦਾ ਵੀ ਤੁਸੀਂ ਜਿਹੜਾ ਐਕਸੈਸਿਵ ਬਰਡਨ ਲੈ ਕੇ ਆ ਰਹੇ ਹੋ, ਫਿਰ ਤੁਸੀਂ ਜਸਟੀਫਾਈ ਕਰਨਾ ਵੀ ਐਕਸੈਸਿਵ ਬਰਡਨ ਨਹੀਂ ਲੈ ਕੇ ਆ ਰਹੇ। ਸੋ ਤੁਸੀਂ ਸਾਬਤ ਇਹ ਕਰਨਾ ਵੀ ਜਿਹੜੀ ਧਾਰਾ 38 ਹੈ ਉਹਨੂੰ ਤੁਸੀਂ ਮੀਟ ਕਰ ਰਹੇ ਹੋ। ਸੋ ਵੀਜ਼ਾ ਆਫਿਸਰ ਕਹਿੰਦਾ ਨਹੀਂ ਤੁਸੀਂ ਬ੍ਰੀਚ ਕਰ ਰਹੇ ਹੋ ਬਿਕੋਜ਼ ਤੁਸੀਂ ਐਕਸੈਸਿਵ ਬਰਡਨ ਲੈ ਕੇ ਆ ਰਹੇ ਹੋ। ਸੋ ਪੁਰਾਣੇ ਸਮੇਂ ਦੇ ਵਿੱਚ ਤਾਂ ਤੁਹਾਨੂੰ ਉਹਨੂੰ ਆਫਸੈਟ ਕਰਨਾ ਪੈਂਦਾ ਸੀ। ਫੋਰ ਐਗਜ਼ਾਮਪਲ ਵੀਜ਼ਾ ਆਫਿਸਰ ਕਹਿੰਦਾ ਸੀ ਵੀ ਤੁਹਾਡੇ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਦਾਖਲ ਹੋਵੋਗੇ ਤਾਂ ਤੁਹਾਡੇ ਕਿਸੇ ਵਿਅਕਤੀ ਨੂੰ ਮਾਈਲਡ ਮੈਂਟਲ ਰਿਟਾਰਡੇਸ਼ਨ ਹੈ ਜਾਂ ਕਿਸੇ ਕਿਸਮ ਦੀ ਡਿਸੇਬਿਲਿਟੀ ਹੈ ਜਾਂ ਉਹਨਾਂ ਦੀ ਕਿਡਨੀ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੈ ਜਾਂ ਲੌਂਗ ਟਰਮ ਕੋਈ ਜੀ ਇਸ਼ੂ ਆਉਣ ਵਾਲੇ 5 ਸਾਲਾਂ ਦੇ ਵਿੱਚ, ਤਾਂ ਹੋ ਸਕਦਾ ਵੀ ਸਰਕਾਰ ਨੂੰ ਜਿਹੜਾ ਤੁਹਾਡੇ ਉੱਤੇ ਇੰਨਾ ਐਕਸੈਸਿਵ ਬਰਡਨ ਹੋਏਗਾ। ਸੋ ਫਿਰ ਤੁਹਾਨੂੰ ਜਸਟੀਫਾਈ ਕਰਨਾ ਪੈਂਦਾ ਸੀ, ਉਹਨੂੰ ਆਫਸੈਟ ਕਰਨਾ ਪੈਂਦਾ ਸੀ। ਸੋ ਜਿਹਦੇ ਵਿੱਚ ਕਾਫੀ ਕੇਸ ਲਾਅ ਸੀ ਜਿਹਦੇ ਵਿੱਚ ਕੋਰਟ ਦੇ ਵਿੱਚ ਇਹ ਚੀਜ਼ ਜਿਹੜੀ ਅਲਾਉ ਕੀਤੀ ਗਈ ਸੀ ਵੀ ਜੇ ਕੋਈ ਇੰਡੀਵਿਜੂਅਲ ਜਿਹਦੀ ਫਾਈਨੈਂਸ਼ੀਅਲ ਐਬਿਲਿਟੀ ਹੈ ਔਰ ਉਹ ਇਰਾਦਾ ਰੱਖਦਾ, ਇੰਟੈਂਟ ਰੱਖਦਾ ਕਿਸੇ ਨੂੰ ਸਪੋਰਟ ਕਰਨ ਦਾ, ਤਾਂ ਫਿਰ ਤੁਸੀਂ ਜਿਹੜਾ ਉਹ ਐਕਸੈਸਿਵ ਬਰਡਨ ਹੈ ਉਹਨੂੰ ਆਫਸੈਟ ਕਰਿਆ ਜਾ ਸਕਦਾ। ਸੋ ਜੇ ਕੋਈ ਸਪਾਂਸਰ ਜਾਂ ਪ੍ਰਿੰਸੀਪਲ ਐਪਲੀਕੈਂਟ ਸਾਬਤ ਕਰ ਸਕਦਾ ਵੀ ਉਹਨਾਂ ਕੋਲ ਇੰਨੇ ਫਾਈਨੈਂਸ਼ੀਅਲ ਰਿਸੋਰਸਿਸ ਹੈਗੇ ਆ ਵੀ ਜਿਹੜਾ ਖਰਚਾ ਸਰਕਾਰ ਕਹਿ ਰਹੀ ਹੈ ਐਕਸੈਸਿਵ ਹੈ ਜਾਂ ਵੱਧ ਰਿਹਾ ਹੈ, ਤਾਂ ਜੇ ਤੁਸੀਂ ਉਹਦੀ ਪੂਰਤੀ ਕਰਨ ਨੂੰ ਤਿਆਰ ਹੋ ਔਰ ਕਿਸੇ ਕਿਸਮ ਦਾ ਬੈਨੀਫਿਟ ਜਿਹੜਾ ਸਰਕਾਰ ਤੋਂ ਨਹੀਂ ਲਓਗੇ ਤਾਂ ਤੁਹਾਡੀ ਐਪਲੀਕੇਸ਼ਨ ਨੂੰ ਮਨਜ਼ੂਰ ਕਰ ਲਿਆ ਜਾਵੇ। ਜਾਂ ਤੁਸੀਂ ਇਹ ਲਾਈਫ ਟਾਈਮ ਲਈ ਲੈਣਾ ਪੈਂਦਾ ਸੀ ਜੀ? ਜੀ ਬਿਲਕੁਲ ਨਹੀਂ, ਲਾਈਫ ਟਾਈਮ ਲਈ ਨਹੀਂ ਹੁੰਦਾ ਸੀ, ਆਉਣ ਵਾਲੇ 5 ਸਾਲਾਂ ਦਾ ਸੀ। ਜਿਹੜੀ ਤੁਹਾਡੀ ਰਿਫਿਊਜ਼ਲ ਵੀ ਸੀ ਉਹ ਵੀ ਉਹਦੀ ਜਿਹੜੀ ਪੀਰੀਅਡ ਆਫ ਕੰਸੀਡਰੇਸ਼ਨ ਹੁੰਦਾ ਸੀ ਉਹ ਨੈਕਸਟ 5 ਇਅਰਸ ਹੁੰਦਾ ਸੀ। ਸੋ ਆਉਣ ਵਾਲੇ 5 ਸਾਲਾਂ ਦੇ ਵਿੱਚ ਜਦੋਂ ਤੁਹਾਡੀ ਐਪਲੀਕੇਸ਼ਨ ਤੇ ਐਗਜ਼ਾਮਿਨ ਕੀਤਾ ਜਾ ਰਿਹਾ, ਆਉਣ ਵਾਲੇ 5 ਸਾਲਾਂ ਦੇ ਵਿੱਚ ਜੇ ਤੁਹਾਡੇ ਤੋਂ ਐਕਸੈਸਿਵ ਬਰਡਨ ਆ ਰਿਹਾ ਤਾਂ ਫਿਰ ਤੁਹਾਨੂੰ ਰੋਕਿਆ ਜਾ ਸਕਦਾ ਸੀ। ਪਰ ਜਦੋਂ ਤੁਸੀਂ ਇਹ ਕੇਸ ਕਰਦੇ ਸੀ ਤਾਂ ਤੁਸੀਂ ਕੋਰਟ ਦੇ ਵਿੱਚ ਜਾ ਕੇ ਜਸਟੀਫਾਈ ਕਰਾਉਣਾ ਪੈਂਦਾ ਸੀ। ਤੁਸੀਂ ਆਪਣਾ ਪੋਜੀਸ਼ਨ ਜਿਹੜਾ ਜੱਜ ਸਾਹਿਬ ਦੇ ਅੱਗੇ ਰੱਖਦੇ ਸੀ ਵੀ ਜਿਹੜਾ ਐਕਸੈਸਿਵ ਬਰਡਨ ਹੋ ਰਿਹਾ ਤੁਸੀਂ ਐਕਨੋਲੇਜ ਕਰਦੇ ਸੀ। ਉਸ ਤੋਂ ਬਾਅਦ ਤੁਸੀਂ ਇਹ ਵੀ ਸਾਬਤ ਕਰ ਸਕਦੇ ਸੀ ਵੀ ਲੀਗਲ ਵੈਲਿਡ ਜਿਹੜੀ ਰਿਫਿਊਜ਼ਲ ਦੀ ਲੀਗਲ ਵੈਲਿਡਿਟੀ ਉਹਨੂੰ ਵੀ ਚੈਲੰਜ ਕੀਤਾ ਜਾ ਸਕਦਾ ਸੀ। ਫਰਜ਼ ਕੀਤਾ ਜਿਹੜਾ ਆਫਿਸਰ ਇਹ ਕਹਿ ਰਿਹਾ ਵੀ ਤੁਹਾਨੂੰ ਮਾਈਲਡ ਮੈਂਟਲ ਰਿਟਾਰਡੇਸ਼ਨ ਹੈ ਫੋਰ ਐਗਜ਼ਾਮਪਲ, ਤਾਂ ਫਿਰ ਉਹ ਕਹਿੰਦਾ ਸੀ ਵੀ ਇਹ ਵਿਅਕਤੀ ਨੂੰ ਇੰਸਟੀਟਿਊਸ਼ਨਲ ਕੇਅਰ ਦੀ ਜ਼ਰੂਰਤ ਹੈ। ਸੋ ਇੰਸਟੀਟਿਊਸ਼ਨਲ ਕੇਅਰ ਕੈਨੇਡਾ ਦੇ ਵਿੱਚ ਬਹੁਤ ਐਕਸਪੈਂਸਿਵ ਹੈ। ਸੋ ਜੇ ਤੁਸੀਂ ਇਹ ਸਾਬਤ ਕਰ ਦਿਓ ਵੀ ਵਿਅਕਤੀ ਨੂੰ ਘਰੇ ਰੱਖਿਆ ਜਾ ਸਕਦਾ, ਇੰਸਟੀਟਿਊਸ਼ਨਲ ਕੇਅਰ ਦੀ ਜ਼ਰੂਰਤ ਨਹੀਂ ਹੈ, ਤਾਂ ਜਿਹੜਾ ਐਕਸਪੈਂਸ ਆਫਿਸਰ ਨੇ ਤੁਹਾਡੀ ਇੰਟੈਂਟ ਟੂ ਰਿਫਿਊਜ਼ਲ ਲੈਟਰ ਦੇ ਦੱਸਿਆ ਹੋਇਆ ਉਹਨੂੰ ਕੱਢਿਆ ਜਾ ਸਕਦਾ ਸੀ ਬਾਹਰ। ਸੋ ਕਈ ਦਫਾ ਤਾਂ ਤੁਹਾਡਾ ਕੇਸ ਬਹੁਤ ਸਿੰਪਲ ਹੁੰਦਾ ਸੀ, 1 ਸਟੈਪ ਹੁੰਦਾ ਸੀ, ਤੁਸੀਂ ਸਪੈਸ਼ਲਿਸਟ ਤੋਂ ਇਹ ਚੀਜ਼ ਪ੍ਰੂਵ ਕਰ ਦਿੰਦੇ ਸੀ। ਜਿਹੜਾ ਕੁਆਲੀਫਾਈਡ ਐਗਜ਼ਾਮੀਨਰ ਹੈ ਜਾਂ ਡਾਕਟਰ ਜਿਹੜਾ ਹੈਗਾ ਫਿਜ਼ੀਸ਼ੀਅਨ ਹੈ ਉਹਨਾਂ ਦੇ ਦੁਆਰਾ ਵੀ ਤੁਹਾਨੂੰ ਇੰਸਟੀਟਿਊਸ਼ਨਲ ਕੇਅਰ ਦੀ ਜ਼ਰੂਰਤ ਨਹੀਂ ਹੈ, ਤਾਂ ਫਿਰ ਤੁਸੀਂ ਉਹ ਜਿਹੜੇ ਐਕਸਪੈਂਸ ਸੀਗੇ ਉਹਨੂੰ ਆਫਸੈਟ ਕਰ ਸਕਦੇ ਸੀ। ਜੇ ਤੁਹਾਨੂੰ ਉਹ ਖਰਚਾ ਤੁਹਾਨੂੰ ਪਤਾ ਲੱਗ ਜਾਂਦਾ ਸੀ ਵੀ ਤੁਸੀਂ ਲੀਗਲ ਵੈਲਿਡਿਟੀ ਚੈਲੰਜ ਨਹੀਂ ਕਰ ਸਕਦੇ ਤਾਂ ਤੁਹਾਡੇ ਕੋਲ ਸੈਕੰਡ ਰਸਤਾ ਜਿਹੜਾ ਐਂਡ ਓਨਲੀ ਰਸਤਾ ਜਿਹੜਾ ਬਚਦਾ ਸੀ ਉਹ ਹੁੰਦਾ ਸੀ ਵੀ ਤੁਸੀਂ ਜਿਹੜਾ ਐਕਸਪੈਂਸ ਨੂੰ ਆਫਸੈਟ ਕਰੋ, ਖਰਚੇ ਨੂੰ ਆਫਸੈਟ ਕਰੋ। ਪਰ ਇਹਦੇ 'ਚ ਬਹੁਤ ਇਹੋ ਜਿਹੇ ਪਰਿਵਾਰ ਸੀ ਜਿਹੜੇ ਫਾਈਨੈਂਸ਼ੀਅਲੀ ਕੈਪੇਬਲ ਨਹੀਂ ਸੀ, ਕਿਉਂਕਿ ਕੋਰਟ ਦੀ ਡੈਫੀਨੇਸ਼ਨ ਸੀ ਵੀ ਉਹੀ ਵਿਅਕਤੀ ਕਰ ਸਕਦਾ ਜਿਹੜਾ ਫਾਈਨੈਂਸ਼ੀਅਲੀ ਇਨ ਗੁੱਡ ਸਟੈਂਡਿੰਗ ਹੈ। ਜੇ ਕੋਈ ਫਾਈਨੈਂਸ਼ੀਅਲੀ ਇਨ ਗੁੱਡ ਸਟੈਂਡਿੰਗ ਨਹੀਂ ਹੈ ਤਾਂ ਫਿਰ ਉਹਦੀ ਐਫੀਡੇਵਿਟ ਦੀ ਵੀ ਕੋਈ ਵੈਲਿਊ ਨਹੀਂ ਹੈ। ਸੋ ਇਸ ਕਰਕੇ ਜਿਹੜਾ ਹੁਣ ਸਰਕਾਰ ਨੇ ਰਾਏ ਦਿੱਤੀ ਹੈ ਵੀ ਉਹਨੂੰ 3 ਗੁਣਾ ਜ਼ਿਆਦਾ ਵਧਾ ਦਿੱਤਾ ਹੈ, 22,000 ਤੱਕ ਕਰ ਲਿਆ। ਹੁਣ ਜੇ ਤੁਹਾਡਾ ਕਿਸੇ ਵਿਅਕਤੀ ਦਾ ਖਰਚਾ 22,000 ਤੱਕ ਐਕਸੈਪਟੇਬਲ ਹੈ, ਉਹ ਕੈਨੇਡਾ ਆ ਸਕਦਾ, ਪਰ 22,000 ਤੋਂ ਉੱਪਰ ਹੈ ਤਾਂ ਫਿਰ ਤੁਸੀਂ ਧਾਰਾ 38 ਨੂੰ ਬ੍ਰੀਚ ਕਰ ਜਾਣਾ ਔਰ ਉਸ ਤੋਂ ਬਾਅਦ ਅਗੇਨ ਉਹੀ ਸਟੈਪ ਹੈਗੇ ਆ, ਤੁਸੀਂ ਜਾਂ ਤਾਂ ਉਹਨੂੰ ਆਫਸੈਟ ਕਰੋ ਜਾਂ ਫਿਰ ਤੁਹਾਡੀ ਜਿਹੜੀ ਐਪਲੀਕੇਸ਼ਨ ਨੂੰ ਨਾਮਨਜ਼ੂਰ ਕਰ ਦਿਓ। ਅੱਛਾ, ਹੁਣ ਇਹਦੇ 'ਚ ਇੱਕ ਹੋਰ ਸਵਾਲ ਪੈਦਾ ਹੁੰਦਾ ਹੈ, ਬਹੁਤ ਸਾਰੇ ਪਰਿਵਾਰ ਉਹ ਵੀ ਹੋਣਗੇ ਜੇਕਰ ਐਪਲੀਕੇਸ਼ਨ ਦੇ ਵਿੱਚ 4 ਬੰਦੇ ਸੀ ਜੀ, ਉਹਨਾਂ ਵਿੱਚੋਂ ਇੱਕ ਬੰਦੇ ਕਰਕੇ ਤੁਹਾਡੀ ਐਪਲੀਕੇਸ਼ਨ ਰਿਫਿਊਜ਼ ਹੁੰਦੀ ਸੀ ਜੀ, ਤੇ ਲੋਕ ਕਈ ਵਾਰੀ ਕਰਦੇ ਸੀ ਉਹਨੂੰ ਬਾਹਰ ਕੱਢ ਦਿੰਦੇ ਸੀ ਤੇ ਬਾਕੀ ਐਪਲੀਕੇਸ਼ਨ ਦੁਬਾਰਾ ਕਰ ਦਿੰਦੇ ਸੀ, ਉਹਦੇ 'ਚ ਵੀਜ਼ਾ ਲੱਗ ਜਾਂਦਾ ਸੀ। ਨਹੀਂ, ਜਿਹੜੀ ਚੋਇਸ ਹੈ ਬਈ ਜੀ, ਤੁਸੀਂ ਕਿਸੇ ਨੂੰ ਆਪਣੀ ਮਰਜ਼ੀ ਨਾਲ ਬਾਹਰ ਨਹੀਂ ਕੱਢ ਸਕਦੇ। ਜੇ ਤੁਸੀਂ ਮੈਂਬਰ ਆਫ ਫੈਮਿਲੀ ਕਲਾਸ ਹੋ, ਜੇ ਤੁਸੀਂ ਦੱਸਿਆ ਨਹੀਂ ਮੈਂਬਰ ਆਫ ਫੈਮਿਲੀ ਕਲਾਸ ਹੋ, ਤਾਂ ਤੁਹਾਡੇ ਤੇ ਮਿਸਰਿਪਰੈਜ਼ੈਂਟੇਸ਼ਨ ਲੱਗ ਸਕਦੀ ਸੀ। ਪਰ ਦੱਸਿਆ
ਕਿਉਂਕਿ ਪਹਿਲੀ 'ਚ ਅਸੀਂ ਦੱਸਿਆ, ਦੂਸਰੀ ਦੇ ਵਿੱਚ ਆਪਣੀ ਮਰਜ਼ੀ ਨਾਲ ਵੱਖਰੇ ਨਹੀਂ ਕੀਤਾ ਜਾ ਸਕਦਾ ਸੀ। ਜੀ ਨਹੀਂ, ਤੁਸੀਂ ਕੱਢ ਨਹੀਂ ਸਕਦੇ ਸੀ। ਅੱਛਾ, ਕੱਢ ਨਹੀਂ ਹਾਂ, ਸਕਦੇ। ਤੁਸੀਂ ਕਈ ਇੰਡੀਵਿਜੂਅਲ ਕੀ ਹੁੰਦਾ ਸੀ, ਜਿਹੜੀ ਡੈਫੀਨੇਸ਼ਨ ਸੀਗੀ ਜੀ, ਜੀ। ਡਿਪੈਂਡੈਂਟ ਚਾਈਲਡ ਦੀ, ਹੁਣ ਦੇ ਸਮੇਂ ਵੀ ਹੈ ਡੈਫੀਨੇਸ਼ਨ ਜਿਹੜੀ ਹੈ। ਜੇ ਆਪਾਂ ਅੱਜ ਦੀ ਵੀ ਗੱਲ ਕਰੀਏ ਤਾਂ ਅੱਜ ਦੀ ਹੈਗੀ ਵੀ ਜੇ ਕੋਈ ਚਾਈਲਡ 22 ਸਾਲ ਤੋਂ ਘੱਟ ਹੈ, ਹੋ ਸਕਦਾ ਹੁਣ ਉਹ 23 ਦਾ ਹੋ ਗਿਆ ਜਿਹੜਾ ਪਹਿਲਾਂ ਵਿੱਚ ਜੀ, ਪਰ ਉਹਦੇ 'ਚ ਅੱਜ ਵੀ ਐਗਜ਼ੈਂਪਸ਼ਨ ਐਗਜ਼ਿਸਟ ਕਰਦੀ ਹੈ। ਜੇ ਕੋਈ ਵਿਅਕਤੀ ਚਾਹੇ 23 ਦਾ ਹੋ ਗਿਆ, ਚਾਹੇ 40 ਸਾਲ ਦਾ ਹੋ ਗਿਆ, ਪਰ ਜੇ ਉਹ ਸਬਸਟੈਂਸ਼ੀਅਲੀ ਫਾਈਨੈਂਸ਼ੀਅਲੀ ਡਿਪੈਂਡੈਂਟ ਹੈ ਆਪਣੇ ਪੇਰੈਂਟਸ ਤੇ, ਅੱਛਾ, ਬਿਕੋਜ਼ ਆਫ ਉਹਦੇ ਦੀ ਇਲਨੈਸ ਕਹਿ ਲਓ, ਕੋਈ ਕੁਝ, ਯੈਸ, ਬਿਕੋਜ਼ ਆਫ ਦ ਜਿਹੜੀ ਉਹਨਾਂ ਦੀ ਮੈਡੀਕਲ ਗਰਾਊਂਡਸ ਨੇ, ਉਹਨਾਂ ਦੇ ਬੇਸਿਸ ਦੇ ਉੱਤੇ ਉਹ ਅੱਜ ਵੀ ਡਿਪੈਂਡੈਂਟ ਹੈ, ਚਾਹੇ ਉਹ 40 ਸਾਲ ਦੇ ਹੋ ਗਏ। ਪਰ ਇਹ ਜਿਹੜੀ ਡਿਸੇਬਿਲਿਟੀ ਹੈ, ਇਹ ਉਹਨਾਂ ਦੀ ਉਮਰ 22 ਸਾਲ ਤੋਂ ਪਹਿਲਾਂ ਹੋਣੀ ਚਾਹੀਦੀ ਹੈ। ਅੱਛਾ, ਜੇ ਡਿਸੇਬਿਲਿਟੀ ਉਹਨਾਂ ਦੇ 22 ਸਾਲ ਤੋਂ ਹੋਣ ਤੋਂ ਬਾਅਦ ਆਈ ਹੈ, ਫਿਰ ਉਹ ਡਿਪੈਂਡੈਂਟ ਨਹੀਂ ਰਹਿੰਦੇ। ਸੋ ਜੇ ਕੋਈ ਵਿਅਕਤੀ ਇਹ ਕਹਿ ਦਿੰਦਾ ਵੀ ਇਹ ਜਿਹੜਾ ਮੈਂ ਨਾਨ ਅਕੰਪਨਿੰਗ ਹੈਗਾ ਮੇਰਾ ਬੱਚਾ ਹੀ ਹੈ, ਪਰ ਇਹਦੀ ਉਮਰ 23 ਸਾਲ ਹੈ, 25 ਸਾਲ ਹੈ, ਆਫ ਕੋਰਸ ਉਹ ਐਗਜ਼ਾਮੀਨੇਸ਼ਨ ਤੋਂ ਬਾਹਰ ਹੋ ਜਾਂਦੇ ਆ। ਪਰ ਜੇ ਤੁਸੀਂ ਇਹ ਲਿਖ ਦਿਓ ਵੀ ਮੇਰਾ ਬੱਚਾ 25 ਸਾਲ ਹੈ ਬਟ ਉਹ ਡਿਸੇਬਲ ਹੈ, ਸੋ ਇਟ ਮੀਨਸ ਉਹ ਮੈਂਬਰ ਆਫ ਫੈਮਿਲੀ ਕਲਾਸ ਬਣ ਗਏ ਬਾਈ ਵਰਚੂ ਆਫ ਡਿਪੈਂਡੈਂਟ ਚਾਈਲਡ, ਬਿਕੋਜ਼ ਆਫ ਮੈਡੀਕਲ ਜਿਹੜੀ ਉਹਨਾਂ ਦੀ ਡਿਸੇਬਿਲਿਟੀ ਹੈ, ਉਹਦੇ ਕਰਕੇ ਉਹ ਡਿਪੈਂਡੈਂਟ ਚਾਈਲਡ ਬਣ ਗਏ। ਨਾਓ ਜਦੋਂ ਤੁਸੀਂ ਉਹਨਾਂ ਨੂੰ ਡਿਪੈਂਡੈਂਟ ਚਾਈਲਡ ਬਣਾ ਲਿਆ ਤਾਂ ਫਿਰ ਉਹਨਾਂ ਦੀ ਐਗਜ਼ਾਮੀਨੇਸ਼ਨ ਜਿਹੜੀ ਆ ਹੋਏਗੀ। ਨਾਓ ਇਹਦੇ 'ਚ ਬਈ ਜੀ ਇੱਕ ਹੋਰ ਵੀ ਮੈਂ ਤੁਹਾਨੂੰ ਦੱਸਾਂ, ਇਹੋ ਜਿਹੇ ਬਹੁਤ ਕੇਸ ਨੇ ਜਿਹੜੇ ਕੋਈ ਗਲਤ ਸਲਾਹ ਲੈ ਲੈਂਦੇ ਨੇ, ਡਿਸੇਬਲ ਚਾਈਲਡ ਹੈ। ਆਹੀ ਮੈਂ ਤਾਂ ਹੀ ਪੁੱਛਿਆ, ਬਹੁਤ ਕਹਿੰਦੇ ਆਪਾਂ ਇਹਨੂੰ ਬਾਹਰ ਕੱਢ ਦਿਓ, ਐਪਲੀਕੇਸ਼ਨ ਲੱਗ ਜੂ। ਬਿਲਕੁਲ ਬਿਲਕੁਲ, ਇਹ ਬਹੁਤ ਕਾਮਨ ਹੈ। ਹਾਂ, ਨਾ ਇਹਦੇ 'ਚ ਪ੍ਰੋਬਲਮ ਇਹ ਹੁੰਦੀ ਹੈ ਵੀ ਜਦੋਂ ਤੁਹਾਡਾ ਬੱਚਾ ਪਿੱਛੇ ਰਹਿ ਜਾਂਦਾ ਤਾਂ ਫਿਰ ਤੁਸੀਂ ਕੱਲ ਉਹਨਾਂ ਨੂੰ ਸਪਾਂਸਰਸ਼ਿਪ ਕਰਨੀ ਹੈ, ਤਾਂ ਜਿਹੜਾ ਸਪਾਂਸਰ ਕਰਨ ਵਾਲਾ ਵਿਅਕਤੀ ਹੈ ਉਹਦੀ ਇਮੀਗ੍ਰੇਸ਼ਨ ਵੀ ਉਹ ਲੂਜ਼ ਕਰ ਸਕਦਾ, ਜਿੰਨੇ ਵੀ ਵਿਅਕਤੀ ਆਏ ਨੇ, ਕਿਉਂਕਿ ਮਿਸ ਰਿਪਰੈਜ਼ੈਂਟੇਸ਼ਨ ਲੱਗੇ। ਬਿਲਕੁਲ, ਉਹਦੀ ਡੈਫੀਨੇਸ਼ਨ ਇਹ ਹੈ ਵੀ ਕਿਉਂਕਿ ਆਫਿਸਰ ਤੋਂ ਐਰਰ ਇੰਡਿਊਸ ਹੋ ਗਿਆ। ਜੇ ਉਹ ਚਾਈਲਡ ਨੂੰ ਤੁਸੀਂ ਪਾਰਟ ਆਫ ਦ ਫੈਮਿਲੀ ਰੱਖਿਆ ਹੁੰਦਾ ਤਾਂ ਫਿਰ ਤੁਹਾਡੀ ਜਿਹੜੀ ਪੀਆਰ ਤੁਹਾਨੂੰ ਮਿਲਣੀ ਹੀ ਨਹੀਂ ਚਾਹੀਦੀ ਸੀ, ਤਾਂ ਕਰਕੇ ਉਹ ਮਿਸ ਰਿਪਰੈਜ਼ੈਂਟੇਸ਼ਨ ਆਟੋਮੈਟਿਕਲੀ ਤੁਹਾਡੇ ਤੇ ਲੱਗਣੀ ਹੈ। ਦੂਸਰੀ ਜਿਹੜੀ ਪ੍ਰੋਬਲਮ ਹੈ, ਦੂਸਰੀ ਜਿਹੜੀ ਇੰਪਲੀਕੇਸ਼ਨ ਆਉਂਦੀ ਹੈ, ਉਹ ਆਉਂਦੀ ਹੈ ਵੀ ਧਾਰਾ 117(9)D, ਉਹਨੂੰ ਕਹਿੰਦੇ ਨੇ ਐਕਸਕਲੂਡਡ ਰਿਲੇਸ਼ਨਸ਼ਿਪ। ਜੇ ਤੁਸੀਂ ਬੱਚੇ ਦਾ ਮੈਡੀਕਲ ਜਾਂ ਡਿਸੇਬਲ ਜਿਹੜਾ ਇੰਡੀਵਿਜੂਅਲ ਦਾ ਮੈਡੀਕਲ ਨਹੀਂ ਕਰਾਇਆ ਐਟ ਦ ਟਾਈਮ ਆਫ ਐਗਜ਼ਾਮੀਨੇਸ਼ਨ, ਜੋ ਤੁਹਾਡੀ ਐਪਲੀਕੇਸ਼ਨ ਅਪਰੂਵ ਹੋਈ ਹੈ, ਤਾਂ ਫਿਰ ਉਹਨਾਂ ਨੂੰ ਤੁਸੀਂ ਬਾਅਦ ਦੇ ਵਿੱਚ ਇਨਕਲੂਡ ਨਹੀਂ ਕਰ ਸਕਦੇ ਫॉर ਹੋਲ ਲਾਈਫ, ਰਾਈਟ? ਤਾਂ ਕਰਕੇ ਉਹਨਾਂ ਨੂੰ ਸਪਾਂਸਰ ਕਦੇ ਵੀ ਨਹੀਂ ਕੀਤਾ ਜਾ ਸਕਦਾ। ਉਹ ਸਿਰਫ ਐਂਡ ਸਿਰਫ ਇੱਕੋ ਗਰਾਊਂਡ ਤੇ ਤੁਸੀਂ ਐਪਲੀਕੇਸ਼ਨ ਕਰ ਸਕਦੇ ਹੋ, ਉਹ ਹੁੰਦੀ ਹੈ HNC। ਪਰ ਕਿਉਂਕਿ ਇਹਦੇ ਵਿੱਚ ਇਹ ਦੇਖਿਆ ਜਾਂਦਾ, ਵੇ ਕੀਤਾ ਜਾਂਦਾ ਤੁਹਾਡਾ ਐਵੀਡੈਂਸ ਵੀ ਤੁਸੀਂ ਇੰਟੈਂਸ਼ਨਲ ਨਹੀਂ ਦੱਸਿਆ ਆਪਣੀ ਐਪਲੀਕੇਸ਼ਨ ਸਕਸੈਸਫੁਲ ਕਰਨ ਦੇ ਲਈ, ਤੇ ਬੱਚੇ ਨੂੰ ਤੁਸੀਂ ਜਾਣ ਬੁੱਝ ਕੇ ਪਿੱਛੇ ਛੱਡ ਕੇ ਆਏ, ਤੇ ਹੁਣ ਉਹਨਾਂ ਨੂੰ ਇੱਕ ਪ੍ਰੋਸੈਸ ਯੂਜ਼ ਕਰ ਰਹੇ ਹੋ ਤੇ ਸਿਸਟਮ ਨੂੰ ਅਬਿਊਜ਼ ਕਰਕੇ ਉਹਨਾਂ ਨੂੰ ਦੁਬਾਰਾ ਸਪਾਂਸਰ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਇਸ ਕਰਕੇ ਐਪਲੀਕੇਸ਼ਨ ਜਿਹੜੀ ਹੈ ਡਿਸਕੁਆਲੀਫਾਈ ਹੋ ਜਾਂਦੀ ਹੈ। ਅੱਛਾ, ਜਿਹੜੀ ਹੁਣ ਆ ਨਵੀਂ ਤੁਸੀਂ ਚੇਂਜ ਦੀ ਗੱਲ ਕਰ ਰਹੇ ਹੋ ਕਿ ਲਗਭਗ 3 ਗੁਣਾ ਵਧਾ ਦਿੱਤਾ ਗਿਆ, ਪਰ ਜੇਕਰ ਕਿਸੇ ਦੀ ਸਾਲ ਪਹਿਲਾਂ, 2 ਸਾਲ ਪਹਿਲਾਂ, 3 ਸਾਲ ਪਹਿਲਾਂ, ਵਿਦਿਨ 5 ਇਅਰਸ ਐਪਲੀਕੇਸ਼ਨ ਇਸ ਵਜ੍ਹਾ ਜਾਂ ਇਸ ਬਣਾ ਤੇ ਰਿਫਿਊਜ਼ ਕੀਤੀ ਹੋਵੇ, ਕੀ ਹੁਣ ਉਹ ਦੁਬਾਰਾ ਲਾ ਸਕਦੇ? ਫਿਰ ਬਿਲਕੁਲ ਬਾਈ ਜੀ, ਜਿਹੜਾ ਡਿਪੈਂਡੈਂਟ ਚਾਈਲਡ ਹੈ, ਇਹਦੀ ਡੈਫੀਨੇਸ਼ਨ ਚਾਹੇ ਬੰਦਾ 40 ਸਾਲ ਦਾ ਹੋ ਜਾਏ, 50 ਸਾਲ ਦਾ ਹੋ ਜਾਏ, ਐਜ਼ ਲੌਂਗ ਐਜ਼ ਉਹ ਡਿਸੇਬਲ ਹੈ ਔਰ ਉਹਨਾਂ ਦੀ ਡਿਸੇਬਿਲਿਟੀ 22 ਸਾਲ ਤੋਂ ਪਹਿਲਾਂ, ਤਾਂ ਫਿਰ ਵੀ ਉਹਨਾਂ ਨੂੰ ਸਪਾਂਸਰ ਕੀਤਾ ਜਾ ਸਕਦਾ ਹੈ। ਤਾਂ ਉਹਨਾਂ ਤੇ ਕੋਈ ਏਜ ਦੀ ਲਿਮਿਟ ਨਹੀਂ, ਨੰਬਰ 1। ਸੈਕਿੰਡ, ਹੁਣ ਕਿਉਂਕਿ ਲਿਮਿਟ ਵੱਧ ਗਈ ਹੈ, ਜੇ ਪੁਰਾਣੇ ਤੁਸੀਂ ਚਾਹੇ 10 ਸਾਲ ਪਹਿਲਾਂ, 20 ਸਾਲ ਪਹਿਲਾਂ ਆਪਣਾ ਕੇਸ ਲੂਜ਼ ਕਰ ਗਏ, ਚਾਹੇ ਕੋਰਟ 'ਚ ਵੀ ਤੁਸੀਂ ਕੇਸ ਹਾਰ ਗਏ ਸੀ, ਫਿਰ ਵੀ ਤੁਸੀਂ ਹੁਣ ਜਿਹੜਾ ਨਵਾਂ ਪ੍ਰੋਵੀਜ਼ਨ ਹੈ ਇਹਨੂੰ ਯੂਜ਼ ਕਰ ਸਕਦੇ ਹੋ। ਔਰ ਬਹੁਤ ਇਹ ਜੇ ਇੰਡੀਵਿਜੂਅਲ ਹੋਣਗੇ ਪੁਰਾਣੇ ਸਮੇਂ ਦੇ ਵਿੱਚ, ਚਾਹੇ ਤਾਂ ਉਹ ਗਲਤ ਸਲਾਹ ਕਰਕੇ ਜਾਂ ਫਿਰ ਆਪਣੇ ਆਪ ਨੂੰ ਪ੍ਰੋਪਰਲੀ ਕੰਪੀਟੈਂਟਲੀ ਰਿਪਰੈਜ਼ੈਂਟ ਨਹੀਂ ਕਰ ਪਾਏ, ਇਸ ਕਰਕੇ ਕੇਸ ਰਹਿ ਜਾਂਦੇ ਨੇ। ਸੋ ਜੇ ਉਹ ਰਹਿ ਗਏ ਨੇ, ਚਾਹੇ ਤੁਸੀਂ ਕੋਰਟ 'ਚੋਂ ਕੇਸ ਹਾਰ ਚੁੱਕੇ ਹੋ, ਫਿਰ ਵੀ ਤੁਸੀਂ ਨਵਾਂ ਪ੍ਰੋਵੀਜ਼ਨ ਯੂਜ਼ ਕਰਕੇ ਦੁਬਾਰਾ ਸਪਾਂਸਰਸ਼ਿਪ ਜਿਹੜੀ ਹੈ ਫਾਈਲ ਕਰ ਸਕਦੇ ਹੋ, ਔਰ ਆਪਣੇ ਜਿਹੜਾ ਡਿਪੈਂਡੈਂਟ ਬ੍ਰਦਰ ਸਿਸਟਰ ਹੈ ਜਾਂ ਆਪਣਾ ਡਿਪੈਂਡੈਂਟ ਕੋਈ ਚਾਈਲਡ ਹੈ, ਉਹਨੂੰ ਲਿਆ ਸਕਦੇ ਹੋ ਕੈਨੇਡਾ ਦੇ ਵਿੱਚ। ਅੱਛਾ, ਕਈ ਵਾਰੀ ਤਾਂ ਹੁੰਦਾ ਹੈ, ਕਿਉਂਕਿ ਆਪਾਂ ਨੂੰ ਪਤਾ ਕਿ ਓਵਰਨਾਈਟ ਤਾਂ ਸਭ ਕੁਝ ਚੇਂਜ ਨਹੀਂ ਹੁੰਦਾ, ਸਮਾਂ ਤੇ ਲੱਗਦਾ ਹੈ ਕਾਨੂੰਨ ਬਣਦਿਆਂ। ਪਰ ਜਿਸ ਤਰ੍ਹਾਂ ਹੁਣ ਇਹ ਦੱਸ ਰਹੇ ਹੋ ਕਿ ਤੁਸੀਂ ਪਹਿਲਾਂ 7100 ਸੀ, ਹੁਣ ਲਗਭਗ ਵਧਾ ਕੇ 22000 ਕਰ ਦਿੱਤਾ, ਇਹ ਤਾਂ ਨਹੀਂ ਕਹਿ ਸਕਦੇ ਕਿ ਇਹ 2023 ਚ ਵੀ ਰਹੂ, 2022 ਚ ਵੀ ਰਹੂ, ਕਿਸੇ ਵਕਤ ਚੇਂਜ ਵੀ ਹੋ ਸਕਦਾ ਜੀ? ਫਿਰ ਨਹੀਂ, ਇਹ ਇਸ ਤਰ੍ਹਾਂ ਚੇਂਜ ਨਹੀਂ ਹੋਏਗਾ, ਕਿਉਂਕਿ ਉਹਦੀ ਲਿਮਿਟ ਨੂੰ ਵਧਾਇਆ ਗਿਆ। ਨਾ ਇਹ ਰੂਲ ਦੇ ਵਿੱਚ ਕੋਈ ਚੇਂਜ ਨਹੀਂ ਹੈ, ਜਿਹੜੀ ਡੈਫੀਨੇਸ਼ਨ ਉਹ ਸਟਿਲ ਹੈ, ਐਕਟ ਦੀ ਜਿਹੜੀ ਧਾਰਾ 38 ਹੈ ਉਹਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ, ਉਹ ਐਗਜ਼ਿਸਟ ਕਰਦੀ ਹੋਈ ਹੈ, ਐਗਜ਼ਿਸਟ ਕਰਦੀ ਹੈ, ਸਿਰਫ ਬੈਂਚਮਾਰਕ ਹੈ ਉਹਨੂੰ ਚੇਂਜ ਕੀਤਾ ਗਿਆ, ਬੈਂਚਮਾਰਕ ਦੀ ਜਿਹੜੀ ਲਿਮਿਟ ਹੈ ਉਹਨੂੰ ਵਧਾਇਆ ਗਿਆ, ਬੇਸਿਕਲੀ 7100 ਤੋਂ 7000 ਤੋਂ ਵਧਾ ਕੇ ਲਗਭਗ 22000 ਕਰ ਦਿੱਤਾ। ਜੀ, ਆਉਣ ਵਾਲੇ ਸਮੇਂ ਦੇ ਵਿੱਚ ਬਾਈ ਜੀ ਕਰ ਸਕਦੀ ਹੈ ਸਰਕਾਰ, ਯੈਸ ਘਟਾ ਸਕਦੀ ਹੈ, ਬਟ ਐਟ ਦਿਸ ਪੁਆਇੰਟ ਕਿਉਂਕਿ ਇਹਦੇ ਵਿੱਚ ਬਹੁਤ ਕੰਟਰੋਵਰਸ਼ੀਅਲ ਡਿਸੀਜਨਸ ਹੋਏ ਨੇ, ਜਿਹੜੇ ਅਖਬਾਰਾਂ ਦੇ ਰਾਹੀਂ
ਲੋਕਾਂ ਦੀਆਂ ਫੈਮਲੀਆਂ ਸੈਪਰੇਟ ਹੋਈਆਂ ਨੇ, ਕਿਉਂਕਿ ਜਿਹੜਾ ਇਮੀਗ੍ਰੇਸ਼ਨ ਦਾ ਆਬਜੈਕਟਿਵ ਹੈ ਉਹ ਫੈਮਲੀ ਰੀਯੂਨੀਫਿਕੇਸ਼ਨ ਹੈ। ਸੋ ਇਹਦੇ ਵਿੱਚ ਜਦੋਂ ਇਹ ਕਾਨੂੰਨ ਵੀ ਲਿਆਂਦਾ ਗਿਆ ਤਾਂ ਮਿਨਿਸਟਰ ਸਾਹਿਬ ਨੇ ਵੀ ਇਹੀ ਕਿਹਾ ਵੀ ਜਿਹੜਾ ਇਹ ਕਾਨੂੰਨ ਸੀਗਾ ਇਹ ਕਾਫੀ ਇੱਕ ਸਖਤ ਕਾਨੂੰਨ ਸੀਗਾ, ਔਰ ਪਰਿਵਾਰਾਂ ਨੂੰ ਮਿਲਾਉਣ ਦੀ ਬਜਾਏ ਪਰਿਵਾਰਾਂ ਦੇ ਵਿੱਚ ਵਿਛੜ ਰਹੇ ਸੀ ਪਰਿਵਾਰ, ਜਿਹਦੇ ਕਰਕੇ ਅਸੀਂ ਥੋੜੀ ਫਲੈਕਸੀਬਿਲਿਟੀ ਦਿੱਤੀ ਹੈ। ਔਰ ਇਹਦੇ ਵਿੱਚ ਉਹ ਵਿਅਕਤੀ ਵੀ ਆਉਣਗੇ, ਸਿਰਫ ਅਮੀਰ ਵਿਅਕਤੀ ਨਹੀਂ ਵੀ ਆਪਣੀ ਫਾਈਨੈਂਸ਼ੀਅਲ ਐਬਿਲਿਟੀ ਦਿਖਾ ਕੇ ਕੈਨੇਡਾ ਦੇ ਵਿੱਚ ਆ ਗਿਆ, ਜਿਹੜੇ ਵਿਅਕਤੀ ਸਧਾਰਨ ਨੇ ਉਹ ਵੀ ਇੱਕ ਚਾਂਸ ਮਿਲੇਗਾ ਵੀ ਉਹ ਕੈਨੇਡਾ ਦੇ ਵਿੱਚ ਆ ਸਕਣਗੇ ਔਰ ਪੂਰਾ ਪਰਿਵਾਰ ਜਿਹੜਾ ਇਕੱਠਾ ਰਹਿ ਸਕੇਗਾ। ਅੱਛਾ, ਹੁਣ ਬਹੁਤ ਸਾਰੇ ਮਾਪੇ ਉਹ ਹੋਣਗੇ ਜਿਹੜੇ ਬੀਤੀ ਆ ਪੈਂਡੈਮਿਕ ਦੇ ਦੌਰਾਨ ਇੱਥੇ ਆਏ ਹੋਏ ਸੀ, ਵਿਜ਼ਿਟ ਕਰਨ ਆਏ ਸੀ, ਜੀ ਕਿ ਉਹ ਵਿਦਿਨ ਹੁਣ ਕੈਨੇਡਾ ਦੇ ਵਿੱਚ ਰਹਿ ਕੇ ਜੇਕਰ ਐਪਲੀਕੇਸ਼ਨ ਕਰਨੀ ਚਾਹਣ, ਕਿਉਂਕਿ ਸੁਪਰ ਵੀਜ਼ਾ ਤਾਂ ਕੀਤਾ ਜਾ ਸਕਦਾ ਬਿਲਕੁਲ, ਪਰ ਹਾਲ ਦੀ ਘੜੀ ਮਾਪਿਆਂ ਵਾਲਾ ਮੈਨੂੰ ਲੱਗਦਾ ਗੁਣੀਆਂ ਸਿੱਧਾ ਪੈਂਦਾ ਨਜ਼ਰ ਨਹੀਂ ਆ ਰਿਹਾ। ਉਹ ਲੋਕ ਬਹੁਤ ਵਿਚਾਰੇ ਹਜੇ ਰੋਜ਼ ਦੇਖਦੇ ਰਹਿੰਦੇ ਨੇ, ਫੋਨ ਵੀ ਕਰਦੇ ਰਹਿੰਦੇ ਸਾਡੇ ਕੋਲ ਆਫਿਸ ਦੇ ਵਿੱਚ ਕਿ ਯਾਰ ਆਹ ਵੀ ਕਰ ਦਿੱਤਾ ਸਰਕਾਰ ਨੇ, ਆਹ ਵੀ ਕਰ ਦਿੱਤਾ। ਭਵਿੱਖ ਦੇ ਵਿੱਚ ਲੱਗਦਾ ਜੀ, ਕਿਉਂਕਿ ਸਰਕਾਰ ਨੇ ਕਿਹਾ ਸੀ ਕਿ ਪਹਿਲਾਂ ਇੰਨੀਆਂ ਕਿ ਐਪਲੀਕੇਸ਼ਨਾਂ ਲੈਣੇ, ਬਾਅਦ ਚ ਕੋਟਾ ਵਧਾਵਾਂਗੇ, ਕਦੋਂ ਕੁ ਤੱਕ ਉਮੀਦ ਕੀਤੀ ਜਾ ਸਕਦੀ ਹੈ ਜੀ? ਜਿਹੜਾ ਬਈ ਜੀ HNC ਐਪਲੀਕੇਸ਼ਨ ਹੈ ਇਹ 2002 ਤੋਂ ਚੱਲ ਰਿਹਾ, ਜਿਹੜਾ ਪ੍ਰੋਵੀਜ਼ਨ ਤੁਸੀਂ ਜਾਂ ਇੱਕ ਸਾਈਡ ਡੋਰ ਐਂਟਰੀ ਵੀ ਕਿਹਾ ਜਾਂਦਾ, ਜਿਹਦੇ ਰਾਹੀਂ ਤੁਸੀਂ ਆਪਣੇ ਪੇਰੈਂਟਸ ਨੂੰ ਇਮੀਗ੍ਰੇਸ਼ਨ ਤੋਂ ਆ ਸਕਦੇ ਹੋ। ਨਾਓ ਇਹ ਪ੍ਰਿਵਿਲੇਜ ਸਿਰਫ ਉਹ ਵਿਅਕਤੀਆਂ ਨੂੰ ਮਿਲਦੀ ਹੈ ਜਿਹੜੇ ਮਿਨਿਸਟਰ ਡੈਲੀਗੇਟ ਨੇ ਕੁਝ ਫੈਕਟਰਸ ਰੱਖੇ ਗਏ ਨੇ, ਜਿਹੜੇ ਉਹ ਰਿਬਿਕ ਫੈਕਟਰਸ ਨੂੰ ਕੁਆਲੀਫਾਈ ਕਰਦੇ ਨੇ। ਜੇ ਤੁਹਾਡੇ ਪਿੱਛੇ ਕੋਈ ਟੇਕ ਕੇਅਰ ਕਰਨ ਵਾਲੇ ਨਹੀਂ ਰਿਹਾ, ਪੇਰੈਂਟਸ ਤੁਹਾਡੇ ਇਕੱਲੇ ਰਹਿ ਗਏ, ਏਜ ਉਹਨਾਂ ਦੀ ਕਾਫੀ ਹੋ ਗਈ ਹੈ, ਮੈਡੀਕਲ ਬਰਡਨ ਵੀ ਇੱਕ ਇਸ਼ੂ ਹੈਗਾ ਇਹਦੇ ਵਿੱਚ। ਇਸ ਤੋਂ ਇਲਾਵਾ ਸਭ ਤੋਂ ਇੰਪੋਰਟੈਂਟ ਇਹਦੇ 'ਚ ਇੱਕ ਹੋਰ ਫੈਕਟਰ ਰੱਖਿਆ ਗਿਆ ਸੀ, ਜਿਹੜਾ ਅਪਾਰਟ ਫਰਮ ਬੈਸਟ ਇੰਟਰਸਟ ਆਫ ਦਾ ਚਾਈਲਡ, ਇੱਕ ਜਿਹੜਾ ਫੈਕਟਰ ਰੱਖਿਆ ਗਿਆ ਸੀ ਵੀ ਤੁਹਾਡੇ ਕੋਲ ਕੀ ਆਲਟਰਨੇਟ ਅਰੇਂਜਮੈਂਟ ਹੈ, ਵੀ ਤੁਹਾਡੇ ਕੋਲ ਕੋਈ ਦੂਸਰਾ ਰਸਤਾ ਹੈ ਇਮੀਗ੍ਰੇਸ਼ਨ ਦਿਵਾਉਣ ਦਾ। ਸੋ ਪੁਰਾਣੇ ਸਮੇਂ ਦੇ ਵਿੱਚ ਇਹ ਐਪਲੀਕੇਸ਼ਨ ਇਸ ਕਰਕੇ ਫੇਲ ਹੋ ਜਾਂਦੀ ਸੀ ਜਾਂ ਇੰਨੀ ਪਪੂਲਰ ਨਹੀਂ ਸੀ, ਬਿਕੋਜ਼ ਆਲਟਰਨੇਟ ਅਰੇਂਜਮੈਂਟ ਹੁੰਦਾ ਸੀ, ਤੁਹਾਡੇ ਕੋਲ ਤੁਸੀਂ ਪੇਰੈਂਟਸ ਨੂੰ ਸਪਾਂਸਰ ਕਰਕੇ ਬੁਲਾ ਸਕਦੇ ਸੀ। ਸਿਰਫ ਤੁਹਾਡੇ ਕੋਲ ਇੱਕੋ ਰੀਜ਼ਨ ਰਹਿੰਦਾ ਸੀ ਵੀ ਇਹ ਐਪਲੀਕੇਸ਼ਨ ਜਿਹੜੀ ਹੈ ਮੇਰੀ 1 ਸਾਲ 'ਚ ਪ੍ਰੋਸੈਸ ਹੋ ਰਹੀ ਹੈ। ਜੇ ਮੈਂ ਪੇਰੈਂਟਸ ਨੂੰ ਸਪਾਂਸਰ ਕਰਦਾ ਪੁਰਾਣੇ ਸਮੇਂ ਦੇ ਵਿੱਚ, ਮੈਂ 2006, 7, 8 ਦੀ ਗੱਲ ਕਰ ਰਿਹਾ, ਵੀ ਮੇਰੇ ਪੇਰੈਂਟਸ ਨੂੰ ਆਉਣ ਨੂੰ ਕੈਨੇਡਾ ਦੇ ਵਿੱਚ 4 ਸਾਲ ਲੱਗ ਰਹੇ ਨੇ, 5 ਸਾਲ ਲੱਗ ਰਹੇ ਨੇ। ਸੋ ਨਾਓ ਹੁਣ ਜਿਹੜਾ ਪ੍ਰੋਬਲਮ, ਜਿਹੜੇ ਮਾਫ ਕਰਨਾ ਪ੍ਰੋਬਲਮ ਦੀ ਬਜਾਏ ਜਿਹੜੇ ਬੈਨੀਫਿਟ ਹੈ ਇਸ ਕੈਟਾਗਰੀ ਦੇ ਵਿੱਚ ਜ਼ਿਆਦਾ ਅਪਰੂਵਲ ਇਸ ਲਈ ਵਧਿਆ ਹੋਇਆ ਬਿਕੋਜ਼ ਜਿਹੜਾ ਲੋਟਰੀ ਸਿਸਟਮ ਕਰਤਾ ਸਰਕਾਰ ਨੇ। ਲੋਟਰੀ ਦਾ ਮਤਲਬ ਇਹ ਹੈ ਵੀ ਤੁਹਾਡੇ ਕੋਲ ਕੋਈ ਗਾਰੰਟੀ ਨਹੀਂ ਹੈ ਵੀ ਤੁਸੀਂ ਆਪਣੇ ਪੇਰੈਂਟਸ ਦੀ ਸਾਰੀ ਲਾਈਫ ਸਪਾਂਸਰਸ਼ਿਪ ਭਰੀ ਜਾਓ ਤੇ ਉਹਨਾਂ ਦੀ ਐਪਲੀਕੇਸ਼ਨ ਪੁੱਲ ਹੋਏਗੀ ਜਾਂ ਨਹੀਂ ਹੋਏਗੀ। ਇਹ ਡਿਪੈਂਡ ਕਰੇਗਾ ਵੀ ਕੰਪੀਟੀਸ਼ਨ ਕਿੰਨਾ ਹੈਗਾ ਤੇ ਤੁਹਾਡਾ ਸਕਸੈਸ ਹੋਣ ਦੇ ਚਾਂਸਸ ਕਿੰਨੇ ਨੇ। ਸੋ ਹੁਣ ਜਿਹੜੀਆਂ ਐਪਲੀਕੇਸ਼ਨਾਂ ਨੇ, ਜੇ ਤੁਸੀਂ ਤੁਹਾਡੇ ਪੇਰੈਂਟਸ ਕੈਨੇਡਾ ਆਏ ਹੋਏ ਨੇ ਔਰ ਤੁਹਾਡੇ ਬੱਚਿਆਂ ਦੀ ਖਾਸ ਕਰਕੇ ਕੇਅਰ ਕਰਦੇ ਨੇ, ਜਿਹਦੇ ਵਿੱਚ ਬੈਸਟ ਇੰਟਰਸਟ ਆਫ ਦਾ ਚਾਈਲਡ ਦੇਖਿਆ ਜਾਂਦਾ, ਤਾਂ ਫਿਰ ਤੁਸੀਂ ਇਹ ਸਪਾਂਸਰਸ਼ਿਪ ਜਿਹੜੀ ਹੈ ਕਰ ਸਕਦੇ ਹੋ ਔਰ ਬਹੁਤ ਛੇਤੀ ਉਹਨਾਂ ਨੂੰ ਕੈਨੇਡਾ ਜਿਹੜਾ ਟਾਈਜ਼ ਕਿੰਨੀਆਂ ਕਿ ਨੇ ਉਹ ਸ਼ੋਅ ਤਾਂ ਕਰਨਾ ਪਏਗਾ ਜੀ। ਬਿਲਕੁਲ, ਬੈਲੈਂਸ ਆਫ ਫੈਮਿਲੀ ਵਿਆਜ ਪਿਆਰਾ ਆਪਣੇ ਤਾਂ ਮਸ਼ਹੂਰ ਹੈ ਜੀ ਕਹਾਵਤ, ਹਾਂਜੀ, ਕਿ ਪੁੱਤਾਂ ਧੀਆਂ ਨਾਲੋਂ ਦੋਤਰੇ ਦੋਤਰੀਆਂ ਪੋਤਰੇ ਪੋਤਰੀਆਂ ਕਈ ਵਾਰੀ ਜ਼ਿਆਦਾ ਪਿਆਰੀਆਂ ਹੁੰਦੀਆਂ ਨੇ, ਪਰ ਉਹਨੂੰ ਦੱਸਿਆ ਕਿਵੇਂ ਜਾਵੇ ਜੀ। ਇਹ ਆਪਣੇ ਆਪ ਦੇ ਵਿੱਚ ਲੱਗਦਾ ਕਿ ਮਹਾਰਤ ਹਾਸਲ ਹੋਣੀ ਬੜੀ ਲਾਜ਼ਮੀ ਹੈ ਜੀ। ਇਹਦੇ ਬਿਲਕੁਲ ਇਹ ਜਿਵੇਂ ਫੈਕਟਰ ਕਿਹਾ ਸੀ, ਸਾਬਤ ਤੁਸੀਂ ਕਰਨਾ ਹੁੰਦਾ, ਇਹ ਤਾਂ ਇੱਕ ਫੈਕਟਰ ਨੇ, ਕੇਸ ਤਾਂ ਤੁਸੀਂ ਪ੍ਰੈਜ਼ੈਂਟ ਕਰਨਾ, ਸੋ ਜਿਹੜਾ ਓਨਸ ਹੈ ਤੁਹਾਡੇ ਤੇ ਹੈ। ਸੋ ਇਹਨੂੰ ਸਾਬਤ ਕਰਨ ਦੇ ਲਈ ਜਿਵੇਂ ਜਿਹੜੇ ਸਕੂਲ ਦੇ ਵਿੱਚ ਉਹ ਜਾਂਦੇ ਨੇ, ਉੱਥੋਂ ਤੁਸੀਂ ਆਪਣੇ ਜਿਹੜੇ ਸਕੂਲ ਦੇ ਟੀਚਰਸ ਨੇ ਉਹਨਾਂ ਤੋਂ ਲਿਖਾ ਸਕਦੇ ਹੋ, ਉਹ ਵੀ ਤੁਹਾਨੂੰ ਇੰਡੋਰਸਮੈਂਟ ਲੈਟਰ ਦੇ ਦਿੰਦੇ ਨੇ। ਤੁਸੀਂ ਪਿਕਚਰਸ ਦੇ ਰਾਹੀਂ ਜੇ ਪਲੇਗਰਾਊਂਡ ਲੈ ਕੇ ਚੱਲੇ ਹੋ ਬੱਚਿਆਂ ਨੂੰ ਤਾਂ ਪਲੇਗਰਾਊਂਡ 'ਚ ਤੁਸੀਂ ਪਿਕਚਰਸ ਖਿੱਚ ਸਕਦੇ ਹੋ। ਇਸ ਤੋਂ ਇਲਾਵਾ ਜੇ ਤੁਸੀਂ ਬੱਚਿਆਂ ਨੂੰ ਫੋਰ ਐਗਜ਼ਾਮਪਲ ਟੈਂਪਲ ਲੈ ਕੇ ਜਾਂਦੇ ਹੋ, ਸਿੱਖ ਟੈਂਪਲ ਲੈ ਕੇ ਜਾਂਦੇ ਹੋ, ਉੱਥੇ ਤੁਸੀਂ ਇਹ ਕਰਾ ਸਕਦੇ ਹੋ। ਤੁਸੀਂ ਕੋਈ ਇਹੋ ਜਿਹਾ ਜਿਹੜੀ ਐਸੋਸੀਏਸ਼ਨ ਨੇ ਕੋਈ ਜੁਆਇਨ ਕੀਤੀ ਹੋਈ ਹੈ ਜਿੱਥੇ ਤੁਸੀਂ ਬੱਚਿਆਂ ਨੂੰ ਨਾਲ ਲੈ ਕੇ ਜਾਂਦੇ ਹੋ, ਉਹਨਾਂ ਦੀ ਗੇਮਸ ਜਾਂ ਕਲਾਸਿਸ ਦੇ ਵਿੱਚ ਪਾਰਟਿਸਿਪੇਟ ਕਰਦੇ ਹੋ, ਤਾਂ ਬਿਲਕੁਲ ਇਹ ਸਾਰੇ ਜਾਂ ਕੋਚਿਸ 'ਚ ਲਿਖ ਕੇ ਦਿੰਦੇ ਨੇ ਵੀ ਇਹਨਾਂ ਦੇ ਗ੍ਰੈਂਡ ਮਦਰ ਜਾਂ ਗ੍ਰੈਂਡ ਫਾਦਰ ਅਕੰਪਨੀ ਕਰਦੇ ਨੇ, ਇਹਨਾਂ ਨੂੰ ਲੈ ਕੇ ਆਉਂਦੇ ਨੇ। ਔਰ ਇਸ ਤੋਂ ਇਲਾਵਾ ਜਿਹੜੀ ਘਰ ਦੇ ਵਿੱਚ ਜਿਹੜਾ ਮਾਹੌਲ ਹੁੰਦਾ, ਜਿਵੇਂ ਤੁਸੀਂ ਘਰ ਦੇ ਵਿੱਚ ਬੱਚਿਆਂ ਦੀ ਕੇਅਰ ਕਰ ਰਹੇ ਹੋ, ਨਰਸਿੰਗ ਕਰ ਰਹੇ ਹੋ, ਤਾਂ ਬਿਲਕੁਲ ਐਂਡ ਇੱਕ ਕਲਚਰਲ ਫੈਕਟਰ ਵੀ ਆ ਜਾਂਦਾ। ਆਪਣਾ ਜਿਹੜਾ ਕਲਚਰ ਹੈ ਇਹਨੂੰ ਰਿਕੋਗਨਾਈਜ਼ ਕੀਤਾ ਗਿਆ ਵੀ ਇਹ ਫੈਮਲੀਆਂ ਜੁਆਇੰਟ ਫੈਮਿਲੀ ਸੈਟਅਪ ਦੇ ਵਿੱਚ ਰਹਿੰਦੀਆਂ ਨੇ, ਜਿੱਥੇ 3 ਪੀੜ੍ਹੀਆਂ ਇੱਕ ਘਰ ਦੇ ਵਿੱਚ ਰਹਿੰਦੀਆਂ ਨੇ। ਔਰ ਇਹਨੂੰ ਸਾਬਤ ਕਰਨਾ ਜਿਹੜਾ ਹੈਗਾ ਇੰਨਾ ਡਿਫਿਕਲਟ ਨਹੀਂ ਹੈ, ਕਿਉਂਕਿ ਇਹ ਚੀਜ਼ ਜਿਹੜੀ ਪ੍ਰੈਵਲੈਂਟ ਆਪਣੇ ਉਹ 'ਚ ਜਿਹੜੇ ਕਲਚਰ ਦੇ ਵਿੱਚ ਤਾਂ ਮੰਨੀ ਵੀ ਜਾਂਦੀ ਹੈ। ਸੋ ਇਹ ਚੀਜ਼ਾਂ ਕਰਕੇ ਜਿਹੜੀ ਐਪਲੀਕੇਸ਼ਨ ਦਾ ਸਕਸੈਸ ਹੋਣ ਦੇ ਚਾਂਸਸ ਬਹੁਤ ਵੱਧ ਜਾਂਦੇ ਨੇ ਜੀ। ਸੋ ਬਾਈ ਜੀ, ਲਗਭਗ ਸਮਾਂ ਸਮਾਪਤ ਹੋ ਗਿਆ, ਤੁਸੀਂ ਕੀਮਤੀ ਜਾਣਕਾਰੀ ਦਿੱਤੀ ਹੈ। ਆਉਣ ਵਾਲੇ ਸਮੇਂ ਵਿੱਚ ਫਿਰ ਗੱਲਬਾਤ ਕਰਾਂਗੇ। ਧੰਨਵਾਦ ਜੀ। ਥੈਂਕ ਯੂ ਬਾਈ ਜੀ। ਦੋਸਤੋ, ਇਹ ਸਨ CWC ਇਮੀਗ੍ਰੇਸ਼ਨ ਤੋਂ ਅਮਨ ਖਹਿਰਾ ਸਾਹਿਬ। ਤੁਸੀਂ ਇਹਨਾਂ ਨਾਲ ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋ, ਇਮੀਗ੍ਰੇਸ਼ਨ ਦਾ ਤੁਹਾਡਾ ਕੋਈ ਵੀ ਸਵਾਲ ਹੈ, ਸਕਰੀਨ ਦੇ ਉੱਤੇ ਇਸ ਵਕਤ ਨੰਬਰ ਡਿਸਪਲੇ ਕੀਤੇ ਜਾ ਰਹੇ ਹੈ, ਤੁਸੀਂ ਇਹਨਾਂ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਸਮਾਂ ਸਮਾਪਤ ਹੈ। ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗਿਆ, ਆਪਣੀ ਕੀਮਤੀ ਕਮੈਂਟ ਸਾਡੇ ਤੱਕ ਜ਼ਰੂਰ ਪੁੱਜਦੇ ਕਰਿਓ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ, ਰੱਬ ਰਾਖਾ। ਤੁਸੀਂ ਦੇਖਦੇ ਰਹੋ ਸਾਂਝਾ TV।